ਜੁਗੋ ਜੁਗ ਅਟਲ। ਲੋਕ ਪਰਲੋਕ ਦੇ ਮਾਲਕ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਵਿੱਚ ਜੁੜ ਬੈਠੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡ ਭਾਗੇ ਹੋ ਜੋ ਸਤਿਗੁਰੂ ਜੀ ਦੀ ਦਇਆ ਦਾ ਸਦਕਾ ਹਜ਼ੂਰ ਦੀ ਮਹਿਰਮਤ ਕਿਰਪਾ ਦੁਆਰਾ ਜੋ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਅੰਦਰ ਸੰਗਤ ਕਰਨ ਦਾ ਮਹਾਨ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਹਜ਼ੂਰ ਦੇ ਬਚਨ ਨੇ ਕਿ ਵੱਡ ਭਾਗੀ ਹਰ ਸੰਗਤ ਪਾਵੈ। ਸੱਚੇ ਪਾਤਸ਼ਾਹ ਜੀ ਕਹਿੰਦੇ ਸੰਗਤ ਜੀ ਕੇ ਜਿਨ੍ਹਾਂ ਦੇ ਮਹਾਨ ਵੱਡੇ ਸ਼੍ਰੇਸ਼ਟ ਕਰਮ ਨੇ ਉਹਨਾਂ ਨੂੰ ਸੰਗਤ ਪ੍ਰਾਪਤ ਹੁੰਦੀ ਹੈ। ਕਦੇ ਕਦੇ ਸੰਗਤ ਦੇ ਬਾਬਤ ਮਹਾਰਾਜ ਜੀ ਦੇ ਇਹ ਵੀ ਵਚਨ ਨੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਕਿਹੇ ਵਾਹਿਗੁਰੂ ਸੱਚੇ ਪਾਤਸ਼ਾਹ ਜਿਹੜੇ ਆਪ ਜੀਆਂ ਦੀ ਸੰਗਤ ਵਿੱਚ ਮਿਲ ਕੇ ਬੈਠੇ, ਜਿਹੜੇ ਵੱਡੇ ਕਰਮਾਂ ਵਾਲਿਆਂ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਗਤ ਜੀ ਸੰਗਤ ਪ੍ਰਾਪਤ ਹੋਈ ਹੈ, ਉਹਨਾਂ ਦਾ ਸੰਸਾਰ ਤੋਂ ਭਲਾ ਹੋਇਆ ਭਾਵ ਉਹ ਸੰਸਾਰ ਤੋਂ ਤਰ ਗਏ ਨੇ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸੋ ਆਓ ਸੰਗਤ ਜੀ ਮਹਾਰਾਜ ਜੀ ਦੇ ਜੋ ਹਜ਼ੂਰ ਸੱਚੇ ਪਾਤਸ਼ਾਹ ਨੌਵੇਂ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਬਾਬਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਆਪਣੀ ਪਾਵਨ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜੀਆਂ ਵਿੱਚ ਜ਼ਿਕਰ ਕੀਤਾ ਹੈ ਕਿ ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਏ ਸਭ ਥਾਈਂ ਹੋਏ ਸਹਾਏ। ਐਸੇ ਸਤਿਗੁਰੂ ਮਹਾਰਾਜ ਕਿ ਜਿਨ੍ਹਾਂ ਦਾ ਸੰਗਤ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦਾ ਜਿਸ ਵੇਲੇ ਪ੍ਰਕਾਸ਼ ਹੋਇਆ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਿਤਾ ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਵਿੱਚ ਸੱਜ ਬੈਠੇ ਸੰਗਤਾਂ ਦੇ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ ਸ਼ਰਵਣ ਕਰ ਰਹੇ ਸਨ। ਗੁਰਸਿੱਖ ਨੇ ਜਾ ਕੇ ਦੱਸਿਆ, ਮਹਾਰਾਜ ਆਪ ਜੀ ਦੇ ਮਹਿਲਾਂ ਦੇ ਵਿੱਚ ਸਾਹਿਬਜ਼ਾਦੇ ਦਾ ਆਗਾਜ਼ ਹੋਇਆ। ਜਿਸ ਵੇਲੇ ਸੰਗਤ ਜੀ ਆਸਾ ਜੀ ਦੀ ਵਾਰ ਦੀ ਸਮਾਪਤੀ ਹੋਈ, ਹਜ਼ੂਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਹਿਲਾਂ ਦੇ ਅੰਦਰ ਪਹੁੰਚੇ ਨੇ। ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਨੌਵੇਂ ਗੁਰੂ ਬਾਲਕ ਰੂਪ ਅੰਦਰ ਸਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਸੰਗਤ ਜੀ ਦਰਸ਼ਨ ਕਰਦਿਆਂ ਹੀ ਛੇਵੇਂ ਪਾਤਸ਼ਾਹ ਨੇ ਆਪਣੇ ਸਾਹਿਬਜ਼ਾਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਮਸਕਾਰ ਕੀਤੀ। ਬਾਬਾ ਬਿਧੀ ਚੰਦ ਸਾਹਿਬ ਨੇ ਪੁੱਛਿਆ, ਮਹਾਰਾਜ ਆਪ ਦੇ ਵੱਡੇ ਹੋਰ ਵੀ ਸਪੁੱਤਰ ਨੇ, ਆਪ ਜੀ ਨੇ ਉਹਨਾਂ ਨੂੰ ਕਦੇ ਨਮਸਕਾਰ ਕਿਉਂ ਨਹੀਂ ਕੀਤੀ? ਆਪ ਗੁਰੂ ਨਾਨਕ ਹੋ, ਕੀ ਕਾਰਨ? ਤਾਂ ਉਸ ਵੇਲੇ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਕਿ ਭਾਈ ਬਿਧੀ ਚੰਦ ਜੀ ਇਹ ਧਰਮ ਦਾ ਥੰਬ ਹੋਣਗੇ, ਇਹ ਧਰਮ ਨੂੰ ਥੰਮਣ ਵਾਲੇ ਹੋਣਗੇ,
ਇਹ ਵੈਰਾਗ ਤੇ ਤਿਆਗ ਦੀ ਮੂਰਤ ਹੋਣਗੇ। ਸੋ ਇਸ ਪ੍ਰਕਾਰ ਐਸੇ ਸਤਿਗੁਰੂ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਸੰਗਤ ਜੀ, ਜੋ ਸੱਚੇ ਪਾਤਸ਼ਾਹ ਨੇ ਆਪਣੀ ਪਾਵਨ ਮੁਖਾਰਬਿੰਦ ਰਸਨਾ ਤੋਂ 9ਵੇਂ ਮਹੱਲੇ ਦੇ ਸ਼ਲੋਕਾਂ ਦੇ ਸਿਰਲੇਖ ਪਰ ਜੋ ਪਾਵਨ ਬਾਣੀ ਦਰਜ ਕੀਤੀ ਹੈ, ਜਿਨ੍ਹਾਂ ਦੀ ਲੜੀਵਾਰ ਕਥਾ ਵਿਚਾਰ ਪ੍ਰਾਰੰਭ ਹੈ। ਸੋ ਆਓ ਜਿੰਨੇ ਵੀ ਸਰੀਰ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਸਜੇ ਹੋ, ਸਾਰੇ ਆਪਣੀਆਂ ਮਨ ਬਿਰਤੀਆਂ ਨੂੰ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਨਾਲ ਜੋੜੀਏ। ਹਜ਼ੂਰ ਦੇ ਚਰਨ ਹਿਰਦੇ ਵਿੱਚ ਵਸਾਈਏ। ਸਭ ਗੁਰਸਿੱਖ ਸੰਗਤ ਮਿਲ ਕਰਕੇ ਅਦਬ ਦੇ ਨਾਲ ਸੱਚੇ ਪਾਤਸ਼ਾਹ ਜੀਆਂ ਨੂੰ ਸੀਸ ਝੁਕਾਉਂਦਿਆਂ ਹੋਇਆ ਸਾਰੇ ਉਚਾਰਨ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਤਿਤ ਉਦਾਹਰਨ ਭੈ ਹਰਨ, ਹਰ ਅਨਾਥ ਕੇ ਨਾਥ। ਕਹੋ ਨਾਨਕ ਤਿਹ ਜਾਨੀਐ, ਸਦਾ ਬਸਤ ਤੁਮ ਸਾਥ। ਪਤਿਤ ਉਦਾਹਰਨ ਭੈ ਹਰਨ, ਹਰ ਅਨਾਥ ਕੇ ਨਾਥ। ਕਹੋ ਨਾਨਕ ਤਿਹ ਜਾਨੀਐ, ਸਦਾ ਬਸਤ ਤੁਮ ਸਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਸੰਗਤ ਜੀ ਕਿਰਪਾ ਕਰਦੇ ਨੇ। ਸੱਚੇ ਪਾਤਸ਼ਾਹ ਜੀ ਉਸ ਅਕਾਲ ਪੁਰਖ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕਰਦੇ ਨੇ ਕਿ ਉਹ ਅਕਾਲ ਪੁਰਖ ਜੀ ਦਾ ਬਿਰਦ ਕਿਹੋ ਜਿਹਾ ਹੈ, ਸਤਿਗੁਰੂ ਦਾ ਸੁਭਾਅ ਕਿਹੋ ਜਿਹਾ ਹੈ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਫਰਮਾਨ ਕਰਦੇ ਨੇ ਕਿ ਪਤਿਤ ਉਦਾਹਰਨ ਭੈ ਹਰਨ, ਹਰ ਅਨਾਥ ਕੇ ਨਾਥ। ਪਤਿਤ ਤੋਂ ਭਾਵ ਹੈ ਕਿ ਪਾਪੀ, ਜਿਹੜਾ ਮਨੁੱਖ ਬਹੁਤ ਹੀ ਪਾਪੀ ਹੋਵੇ, ਜਿਹਦਾ ਜੀਵਨ ਗੁਲਤਾਨ ਹੋਵੇ ਵਿਸ਼ਿਆਂ ਦੇ ਅੰਦਰ, ਵਿਕਾਰਾਂ ਦੇ ਅੰਦਰ, ਉਸ ਨੂੰ ਸੰਗਤ ਜੀ ਪਤਿਤ ਕਿਹਾ ਜਾਂਦਾ ਹੈ। ਸਤਿਗੁਰੂ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾ ਕਰਦੇ ਕਿ ਭਾਈ ਜੇਕਰ ਕਿਸੇ ਦਾ ਜੀਵਨ ਪਤਿਤ ਹੋਵੇ, ਬੜਾ ਅਪਵਿੱਤਰ ਹੋਵੇ, ਮਲੀਨ ਹੋਵੇ, ਜਿੱਥੋਂ ਸੰਸਾਰ ਦੇ ਲੋਕ ਨਫ਼ਰਤ ਕਰਦੇ ਹੋਣ, ਜੇਕਰ ਉਹ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆ ਜਾਵੇ, ਆਪਣੇ ਗੁਨਾਹਾਂ ਨੂੰ, ਆਪਣੇ ਐਬ ਨੂੰ ਕਬੂਲ ਲਵੇ, ਆ ਕੇ ਸਤਿਗੁਰੂ ਦੇ ਚਰਨਾਂ 'ਤੇ ਪੁਕਾਰ ਕਰੇ, ਆਪਣੇ ਮਸਤਕ ਨੂੰ ਰਗੜੇ ਅਤੇ ਨਾਲ ਪੜ੍ਹੇ ਕਿ ਹਮ ਅਵਗੁਣ ਭਰੇ, ਏਕ ਗੁਣ ਨਾਹੀ ਅੰਮ੍ਰਿਤ ਛਾੜ, ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਕਿ ਮਹਾਰਾਜ
ਅਸੀਂ ਆਪ ਜੀਆਂ ਦੇ ਅੰਮ੍ਰਿਤ ਦੇ ਸਮਾਨ ਨਾਮ ਨੂੰ ਤਿਆਗ ਕੇ ਜੋ ਜ਼ਹਿਰ ਵਰਗੇ ਵਿਕਾਰ ਸੀ ਉਹਨਾਂ ਨੂੰ ਗ੍ਰਹਿਣ ਕੀਤਾ। ਮਹਾਰਾਜ ਆਪ ਜੀ ਦੀ ਸੰਗਤ ਛੱਡ ਕੇ ਕੁਸੰਗਤ ਦੇ ਵੱਲ ਸਾਰੀ ਉਮਰ ਦੌੜਦੇ ਰਹੇ, ਪਰ ਹੁਣ ਉਸ ਕੀਤੇ ਦਾ ਪਛਤਾਵਾ ਹੁੰਦਾ ਹੈ ਮਹਾਰਾਜ, ਪਛਤਾਵਾ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਜੇਕਰ ਕੋਈ ਇਉਂ ਆ ਕੇ ਗੁਰੂ ਨਾਨਕ ਨਿਰੰਕਾਰੀ ਦੇ ਦਰ 'ਤੇ ਤਰਲੇ ਕਰੇ, ਬੇਨਤੀਆਂ ਕਰੇ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਦਇਆ ਕਰੋ, ਕਿਛ ਮਿਹਰ ਉਪਾਵਹੁ ਡੁੱਬਦੇ ਪੱਥਰ ਤਾਰੇ। ਕਿ ਮਹਾਰਾਜ, ਹੇ ਗੁਰੂ ਨਾਨਕ ਸਾਹਿਬ, ਜਿੰਨਾ ਸਮੁੰਦਰ ਦੇ ਵਿੱਚ ਪਾਣੀ ਹੁੰਦਾ ਹੈ, ਸਮੁੰਦਰ ਦੇ ਵਿੱਚ ਸੰਗਤ ਜੀ ਬੇਅੰਤ ਹੀ ਪਾਣੀ ਹੁੰਦਾ ਹੈ, ਉਹ ਕਿਸੇ ਬਰਤਨ ਦੇ ਵਿੱਚ ਸਮਾ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ ਬੇਨਤੀਆਂ ਕਰੇ ਗੁਰਸਿੱਖ ਜੀਵ ਆ ਕੇ ਕਿ ਹੇ ਸੱਚੇ ਪਾਤਸ਼ਾਹ, ਮੇਰੇ ਵਿੱਚ ਵੀ ਇੰਨੇ ਗੁਨਾਹ ਨੇ, ਮੇਰੇ ਵੀ ਇੰਨੇ ਐਬ ਨੇ, ਪਾਪ ਨੇ, ਕਿਰਪਾ ਕਰੋ, ਮੈਨੂੰ ਵੀ ਸੰਸਾਰ ਤੋਂ ਤਾਰ ਦੇਵੋ। ਫਿਰ ਸਤਿਗੁਰੂ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਉਹ ਅਕਾਲ ਪੁਰਖ ਬੜਾ ਦਿਆਲੂ ਹੈ, ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ। ਸਤਿਗੁਰੂ ਸਭ ਦੀ ਭਲਾ ਚਾਹੁੰਦੇ ਨੇ। ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਅਕਾਲ ਪੁਰਖ ਜੀ ਦਇਆ ਕਰ ਦਿੰਦੇ ਨੇ। ਪਰ ਸੰਗਤ ਜੀ, ਵਿਸ਼ੇਸ਼ ਗੱਲ ਇਹ ਹੈ ਕਿ ਜਿਹੜਾ ਜੀਵ ਹੈ ਇਹ ਆਪਣੀ ਗਲਤੀ ਨੂੰ ਕਬੂਲਦਾ ਨਹੀਂ। ਭਾਵੇਂ ਉਹ ਸੰਸਾਰ ਵਿੱਚ ਵੇਖ ਲਵੋ, ਇਹ ਜੀਵ ਦਾ ਬਹੁਤ ਵੱਡਾ ਅਗਿਆਨ ਅਤੇ ਭਰਮ ਹੈ। ਇਹ ਜੀਵ ਦਾ ਦੁੱਖਾਂ ਦਾ ਕਾਰਨ ਬਣਿਆ ਹੈ ਕਿ ਜਿਹੜਾ ਜੀਵ ਦੇ ਵਿੱਚ ਸੰਗਤ ਜੀ ਹਉਮੈ ਅਤੇ ਹੰਕਾਰ ਹੈ। ਜਿਸ ਵੇਲੇ ਹਉਮੈ ਅਤੇ ਹੰਕਾਰ ਚਲਿਆ ਜਾਵੇਗਾ, ਨਿਮਰਤਾ ਆ ਜਾਵੇਗੀ। ਨਿਮਰਤਾਵਾਨ ਮਨੁੱਖ ਨੂੰ ਕਦੇ ਵੀ ਦੁੱਖ ਨਹੀਂ ਲੱਗਦਾ। ਮਿੱਠ ਤੇ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਲੌਕਿਕ ਬਚਨ ਨੇ ਕਿ ਜੋ ਨੀਵਾਂ ਚੱਲੈ ਲੱਗੇ ਨਾ ਤਾਤੀ ਵਾਓ। ਭਾਵ ਕਿ ਸੰਗਤ ਜਿਹੜਾ ਹੰਕਾਰ ਨੂੰ ਤੇ ਹਉਮੈ ਨੂੰ ਤਿਆਗ ਦਿੰਦਾ ਹੈ, ਉਹ ਮਨੁੱਖ ਗੁਰੂ ਨਾਨਕ ਨਿਰੰਕਾਰੀ ਦੇ ਦਰ 'ਤੇ ਸ਼ੋਭਾ ਪਾਉਂਦਾ ਹੈ। ਪਰ ਮਨੁੱਖ ਦਾ ਸੁਭਾਅ ਹੈ, ਮਨੁੱਖ ਆਪਣੇ ਐਬ ਅਤੇ ਆਪਣਾ ਹੰਕਾਰ, ਆਪਣਾ ਵੱਡਪਨ ਇਹ ਤਿਆਗਣਾ ਨਹੀਂ ਚਾਹੁੰਦਾ, ਇਹ ਛੱਡਣਾ ਨਹੀਂ ਚਾਹੁੰਦਾ। ਪਰ ਸਤਿਗੁਰੂ ਜੀ ਕਹਿੰਦੇ ਜੇਕਰ ਭਾਈ ਕਿਸੇ ਜੀਵਨ ਦੀ ਪਤਾ ਲੱਗ ਜਾਵੇ, ਜੀਵ ਨੂੰ ਕਿ ਜਿਹੜਾ ਮਨੁੱਖਾ ਜਨਮ ਹੈ ਇਹ ਦੁਰਲੱਭ ਵਸਤੂ ਹੈ, ਇਹ ਬੜਾ ਕੀਮਤੀ ਦੇ ਬੇਸ਼ੁਮਾਰ ਹੈ, ਇਹ ਮੈਂ ਪਾਪਾਂ ਦੇ ਵਿੱਚ ਲੱਗ ਕਰਕੇ ਇਹਨੂੰ ਪਤਿਤ ਬਣਾ ਲਿਆ। ਪਰ ਸਤਿਗੁਰੂ ਜੀ ਕਹਿੰਦੇ ਉਸ ਵੇਲੇ ਜੇ ਉਹ ਜੀਵ ਸਤਿਗੁਰੂ ਦੇ ਦਰ 'ਤੇ ਆ ਕੇ ਝੋਲੀ ਅੱਡੇ, ਤਰਲੇ ਕਰੇ, ਤਾਂ ਮਹਾਰਾਜ ਜੀ ਕਹਿੰਦੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਫਿਰ ਸੰਗਤ ਜੀ ਉਹ ਕਦੇ ਜੀਵ ਨੂੰ ਇਉਂ ਨਹੀਂ ਕਹਿੰਦਾ ਭਾਈ ਕਿ ਤੇਰੇ ਇੰਨੇ ਪਾਪ ਨੇ, ਤੇਰਾ ਇਹੋ ਜਿਹਾ ਜੀਵਨ ਹੈ, ਜਾਂ ਮੈਥੋਂ ਦੂਰ ਹੋ ਜਾ। ਜਿਵੇਂ ਸੰਸਾਰ ਦੇ ਲੋਕ ਕਿਸੇ ਗਲਤ ਜੇ ਮਨੁੱਖ ਤੋਂ ਹੋ ਜਾਵੇ ਤਾਂ ਉਹਨੂੰ ਕਈ ਵਾਰੀ ਸੰਗ ਸਮਾਜ ਵਿੱਚੋਂ ਤਿਆਗ ਵੀ ਦਿੰਦੇ ਨੇ। ਪਰ ਅਕਾਲ ਪੁਰਖ ਵਾਹਿਗੁਰੂ ਐਸਾ ਨਹੀਂ। ਸੱਚੇ ਪਾਤਸ਼ਾਹ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਥਨ ਕਰਦੇ ਨੇ, ਪਤਿਤ ਉਦਾਹਰਨ, ਕਿ ਉਹ ਪਾਪੀਆਂ ਨੂੰ ਉਦਾਹਰਨ ਕਹੀਏ, ਉਹਨਾਂ ਦਾ ਭਲਾ ਕਰਨ ਵਾਲਾ ਹੈ। ਭੈ ਹਰਨ, ਅਤੇ ਜਿਹੜਾ ਸੰਗਤ ਜੀ ਭੈ ਹੈ, ਭੈ ਨਾਮ ਹੈ ਡਰ ਦਾ। 7 ਪ੍ਰਕਾਰ ਦਾ ਵਿਦਵਾਨ ਗੁਰਮੁਖਾਂ ਨੇ ਡਰ ਮੰਨਿਆ ਹੈ, 7 ਪ੍ਰਕਾਰ ਦਾ ਭੈ ਮੰਨਿਆ ਹੈ। ਵਾਸਤਵ ਦੇ ਵਿੱਚ ਹਰੇਕ ਜੀਵ ਕਿਸੇ ਨਾ ਕਿਸੇ ਦੇ ਭੈ ਵਿੱਚ ਹੈ। ਸਮਝਣ ਦੇ ਵਾਸਤੇ ਜਿਵੇਂ ਚੂਹਾ ਬਿੱਲੀ ਦੇ ਭੈ ਵਿੱਚ ਹੈ, ਬਿੱਲੀ ਕੁੱਤੇ ਦੇ ਭੈ ਵਿੱਚ ਹੈ। ਭਾਵ ਕਿ ਹਰੇਕ ਵਸਤੂ, ਹਰੇਕ ਚੀਜ਼ ਕਿਸੇ ਦੇ ਅਧੀਨ ਹੈ, ਕਿਸੇ ਦੇ ਡਰ ਅੰਦਰ ਹੈ, ਕਿਸੇ ਦੇ ਹੁਕਮ ਅੰਦਰ ਹੈ। ਜਿਹੜਾ ਸੰਸਾਰ ਹੈ ਅਤੇ ਸਾਰੇ ਜੀਵ ਨੇ ਉਹ ਸੰਗਤੀ ਅਕਾਲ ਪੁਰਖ ਵਾਹਿਗੁਰੂ ਦੇ ਭੈ ਵਿੱਚ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹੁਕਮ ਵੀ ਨਾਮ ਭੈ ਦੀ ਹੈ। ਸੋ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ
ਉਹ ਸਭ ਦੇ ਭੈ ਹਰਨ, ਉਹ ਭੈ ਨੂੰ ਹਰਨ ਵਾਲਾ ਹੈ, ਨਾਸ ਕਰਨ ਵਾਲਾ ਹੈ। ਜੰਮਣ ਤੇ ਮਰਨ ਦਾ ਤੇ ਸੰਗਤ ਜੀ ਹਰੇਕ ਨੂੰ ਭੈ ਹੈ। ਕਿਹੜਾ ਮਨੁੱਖ ਹੈ ਜਿਹੜਾ ਮੌਤ ਤੋਂ ਨਹੀਂ ਡਰਦਾ? ਹਰੇਕ ਮਨੁੱਖ ਮੌਤ ਤੋਂ ਡਰਦਾ। ਸਰੀਰ ਉੱਪਰ ਕੋਈ ਥੋੜ੍ਹੀ ਬਿਮਾਰੀ ਆ ਜਾਵੇ, ਸਾਰੇ ਮਨੁੱਖ ਭਿਆਨਕ ਡਰ ਜਾਂਦੇ ਨੇ। ਜਿਸ ਤਰ੍ਹਾਂ ਹੁਣ ਸੰਸਾਰ ਦੇ ਵਿੱਚ ਕਰੋਨਾ ਵਾਇਰਸ ਦੀ ਬਿਮਾਰੀ ਚੱਲੀ ਸੀ, ਪਤਾ ਲੱਗ ਜਾਂਦਾ ਸੀ ਕਈ ਵਾਰੀ ਸੰਗਤ ਜੀ ਕਿਸੇ ਨੂੰ ਜੇਕਰ ਕੋਈ ਕਰੋਨਾ ਦੀ ਰਿਪੋਰਟ ਆ ਜਾਂਦੀ ਤਾਂ ਉਹਦੇ ਘਰ ਦੇ ਵੀ ਉੱਥੋਂ ਦੂਰ ਹੋ ਜਾਂਦੇ ਸਨ। ਸੋ ਇਸ ਪ੍ਰਕਾਰ ਭਾਈ ਸਾਰਿਆਂ ਨੂੰ ਭੈ ਹੈ, ਹਰੇਕ ਜੀ ਭੈ ਦੇ ਵਿੱਚ ਹੈ। ਪਰ ਸਤਿਗੁਰੂ ਜੀ ਦੱਸਦੇ ਨੇ ਲਾਵਾਂ ਬਾਣੀ ਦੇ ਅੰਦਰ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਕਿ ਜਿਹੜੇ ਗੁਰੂ ਨਾਨਕ ਨਿਰੰਕਾਰੀ ਨੂੰ ਜਪਣ ਵਾਲੇ ਨੇ, ਸਤਿਗੁਰੂ ਜੀ ਕਹਿੰਦੇ ਨਿਰਮਲ ਪਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਹਕੀਕਤ ਦੇ ਅੰਦਰ ਅਸੀਂ ਦੋ ਪ੍ਰਕਾਰ ਦਾ ਭੈ ਮਨੁੱਖ ਹੈ। ਦੋ ਪ੍ਰਕਾਰ ਦਾ ਭੈ ਵਿਦਵਾਨਾਂ ਨੇ ਮੁੱਖ ਤੌਰ 'ਤੇ ਮੰਨਿਆ ਹੈ, ਇੱਕ ਨਿਰਮਲ ਭਾਉ ਅਤੇ ਇੱਕ ਮਲੀਨ ਭੈ। ਸਮਝਣ ਦੇ ਵਾਸਤੇ ਜਿਵੇਂ ਇੱਕ ਬੱਚਾ ਹੁੰਦਾ ਹੈ, ਉਹ ਬੱਚੇ ਨੂੰ ਸਮਝ ਜਿਹੜਾ ਡਰ ਇੱਕ ਚੋਰ ਤੋਂ ਹੁੰਦਾ ਹੈ, ਉਹ ਡਰ ਆਪਣੇ ਪਿਤਾ ਤੋਂ ਨਹੀਂ ਹੁੰਦਾ। ਅਤੇ ਜਿਹੜਾ ਡਰ ਆਪਣੇ ਪਿਤਾ ਤੋਂ ਹੁੰਦਾ ਹੈ, ਉਹ ਡਰ ਆਪਣੇ ਚੋਰ ਤੋਂ ਨਹੀਂ ਹੁੰਦਾ। ਕਿਉਂਕਿ ਬੱਚੇ ਨੂੰ ਪਤਾ ਹੈ ਕਿ ਜੇਕਰ ਸਮਝਣ ਵਾਸਤੇ ਚੋਰ ਆ ਗਏ, ਬੱਚੇ ਦੇ ਕੋਲ ਸਮਝ ਕਿਸੇ ਜੀਵ ਦੇ ਕੋਲ ਕੋਈ ਚੰਗੀ ਵਸਤੂ ਹੋਵੇ, ਬੇਕੀਮਤੀ ਬੇਸ਼ਮਾਲ, ਚੋਰਾਂ ਨੇ ਉਹਨੂੰ ਖੋਹ ਵੀ ਲੈਣਾ ਅਤੇ ਉਹਨੂੰ ਮੌਤ ਦੇ ਘਾਟ ਵੀ ਉਤਾਰ ਦੇਣਾ ਹੈ। ਅਤੇ ਜਿਹੜਾ ਪਿਤਾ ਹੁੰਦਾ ਹੈ, ਉਹਨੇ ਸੰਗਤ ਜੇਕਰ ਉਹ ਬੱਚਾ ਗਲਤੀ ਕਰੇਗਾ ਤਾਂ ਬੱਚੇ ਨੂੰ ਡਾਂਟੇਗਾ, ਮਾਰੇਗਾ ਨਹੀਂ। ਇਸ ਪ੍ਰਕਾਰ ਵੱਖਰੇ ਵੱਖਰੇ ਪ੍ਰਕਾਰ ਦੇ ਭੈ ਨੇ। ਸੋ ਭਾਈ ਜਿਹੜਾ ਸਤਿਗੁਰੂ ਹੈ, ਉਹ ਜੀਵ ਦੇ ਹਿਰਦੇ ਦੇ ਵਿੱਚੋਂ ਭੈ ਖਤਮ ਕਰਨ ਵਾਲਾ ਹੈ। ਸਤਿਗੁਰੂ ਜੀ ਕਹਿੰਦੇ ਨਿਰਮਲ ਪਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਨਿਰਮਲ ਭਾਉ ਪਾਇਆ, ਨਿਰਮਲ ਭਾਉ ਦੀ ਪ੍ਰਾਪਤੀ ਜਿਸ ਵੇਲੇ ਜੀਵ ਨੂੰ ਹੁੰਦੀ ਹੈ, ਹਰ ਗੁਣ ਗਾਇਆ। ਜਿਸ ਵੇਲੇ ਜੀਵ ਹਰੀ ਦੇ ਗੁਣ ਗਾਉਂਦਾ ਹੈ, ਫਿਰ ਸੰਗਤ ਜੀ ਭਗਤ ਜੀਆਂ ਦੇ ਜਿਹੜੇ ਬਚਨ ਨੇ ਪਾਵਨ ਬਾਣੀ ਅੰਦਰ, ਮਰਨੋ ਮਰਨ ਕਹੈ ਸਭ ਕੋਏ, ਜਿਹਨੂੰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਜਿਹੜੀ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ, ਰੱਬ ਦੇ ਪਿਆਰੇ ਉਸ ਮੌਤ ਨੂੰ ਆਪ ਮੰਗ ਲੈਂਦੇ ਨੇ, ਕਿਉਂਕਿ ਉਹਨਾਂ ਦੇ ਅੰਦਰ ਹਰੀ ਵਾਹਿਗੁਰੂ ਦਾ ਵਾਸ ਹੁੰਦਾ ਹੈ। ਹਰੀ ਵਾਹਿਗੁਰੂ ਨੇ ਉਹਨਾਂ ਦੇ ਹਿਰਦੇ ਵਿੱਚੋਂ ਭਾਉ ਨਾਮ ਦੀ ਜਿਹੜੀ ਚੀਜ਼ ਹੈ ਉਹਨੂੰ ਖਤਮ ਕਰ ਦਿੱਤਾ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਪਤਿਤ ਉਦਾਹਰਨ ਭੈ ਹਰਨ, ਕਿ ਭਾਈ ਪਾਪੀਆਂ ਨੂੰ ਸਤਿਗੁਰੂ ਜੀ ਉਧਾਰ ਕਰਨ ਵਾਲਾ ਹੈ ਅਤੇ ਭੈ ਹਰਨ ਅਤੇ ਡਰ ਨੂੰ ਖਤਮ ਕਰਨ ਵਾਲਾ ਹੈ। ਹਰ ਅਨਾਥ ਕੇ ਨਾਥ, ਹਰ ਨਾਮ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ, ਜਿਹੜਾ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ, ਜਿਹਦੀ ਕਿਰਪਾ ਦੇ ਨਾਲ ਸੰਗਤ ਜੀ ਅਸੀਂ ਚੱਲ ਫਿਰ ਰਹੇ ਹਾਂ। ਕਿਉਂਕਿ ਜਿਸ ਵੇਲੇ ਜੀਵ ਸੰਸਾਰ ਤੋਂ ਕੋਈ ਜਾਂਦਾ ਹੈ, ਵੇਖੋ ਉਹਦੇ ਦੋ ਹੱਥ ਵੀ ਉਹੀ ਹੁੰਦੇ ਨੇ। ਜਿਹੋ ਜਿਹਾ ਉਹਦਾ ਪਹਿਲਾਂ ਵਾਲਾ ਸਰੀਰ ਸੀ, ਮੁਰਦੇ ਦਾ ਸਰੀਰ ਵੀ ਉਹੋ ਜਿਹਾ ਹੁੰਦਾ ਹੈ, ਕੋਈ ਫਰਕ ਨਹੀਂ। ਉਹਦੇ ਵਿੱਚੋਂ ਕੀ ਜਾਂਦਾ ਹੈ? ਉਹ ਭਾਈ ਆਤਮਾ, ਆਤਮਾ ਪ੍ਰਾਤਮਾ, ਜਿਹੜੀ ਆਤਮਾ ਪਰਮਾਤਮਾ ਵਾਹਿਗੁਰੂ ਦੀ ਸ਼ਕਤੀ ਹੈ, ਉਹਦੇ ਨਾਲ ਹੀ ਅਸੀਂ ਚੱਲ ਫਿਰ ਰਹੇ ਹਾਂ, ਉਹਦੇ ਨਾਲ ਅਸੀਂ ਹਰਕਤਾਂ ਕਰ ਰਹੇ ਹਾਂ। ਭਾਵ ਕਿ ਹਰ ਨਾਮ ਹੈ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ, ਉਹੀ ਸ਼ਕਤੀ ਸਾਨੂੰ ਹਰੇ ਭਰੇ ਕਰ ਰਹੀ ਹੈ। ਸੋ ਸਤਿਗੁਰੂ ਜੀ ਕਹਿੰਦੇ ਹਰ ਅਨਾਥ ਕੇ ਨਾਥ, ਕਿ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਅਨਾਥ, ਕਿ ਜਿਹਦਾ ਕੋਈ ਆਸਰਾ ਨਾ ਹੋਵੇ, ਜਿਹੜਾ ਯਤੀਮ ਹੋਵੇ। ਹਰ ਅਨਾਥ ਕੇ ਨਾਥ, ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਸੰਸਾਰ ਵਿੱਚ, ਉਹਨਾਂ ਦਾ ਅਕਾਲ ਪੁਰਖ ਵਾਹਿਗੁਰੂ ਜੀ ਮਾਲਕ ਹੈ ਭਾਈ। ਸੋ ਦੁਬਾਰਾ ਫਿਰ ਸਤਿਗੁਰੂ ਜੀ ਕਿਰਪਾ ਕਰਦੇ, ਪਤਿਤ ਉਦਾਹਰਨ ਭੈ ਹਰਨ, ਹਰ ਅਨਾਥ ਕੇ ਨਾਥ, ਕਿ ਇਹ ਗੁਰਸਿੱਖੋ ਜਿਹੜਾ ਅਕਾਲ ਪੁਰਖ ਵਾਹਿਗੁਰੂ ਬੜਾ ਦਿਆਲੂ ਹੈ। ਉਹ ਭਾਈ ਜਿੱਥੇ ਭਗਤ ਬਛਲ ਹੈ, ਉੱਥੇ ਪਤਿਤ ਪਾਵਨ ਵੀ ਹੈ। ਜਿੱਥੇ ਉਹ ਆਪਣੇ ਪਿਆਰਿਆਂ ਦੀ ਪੈਜ ਰੱਖਦਾ ਹੈ, ਉੱਥੇ ਪਾਪੀਆਂ ਨੂੰ ਵੀ ਤਾਰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਦੇ ਜੀਵਨ ਅੰਦਰ ਮਹਾਰਾਜ ਦੀ ਸਾਖੀਆਂ ਵਿੱਚ ਸੰਗਤ ਜੀ ਕਿੰਨੇ ਹੀ ਪਾਪੀ ਗੁਰੂ ਨਾਨਕ ਸਾਹਿਬ ਨੇ ਤਾਰੇ ਨੇ। ਕਿਸੇ ਵਿਦਵਾਨ ਨੇ ਲਿਖਿਆ ਹੈ, ਕਹਿੰਦਾ ਆਕਾਸ਼ ਵਿੱਚ ਜਿਹੜੇ ਤਾਰੇ ਨੇ ਉਹ ਤਾਂ ਸੰਗਤ ਜੀ ਭਾਵੇਂ ਗਿਣੇ ਨਹੀਂ ਜਾ ਸਕਦੇ, ਪਰ ਅੱਜ ਸਾਇੰਸ ਦਾ ਯੁੱਗ ਹੈ, ਸਮਾਂ ਆ ਜਾਵੇ ਉਹ ਤਾਰਿਆਂ ਦੀ ਗਿਣਤੀ ਤੇ ਹੋ ਸਕਦੀ ਹੈ। ਪਰ ਜਿੰਨੇ ਮੇਰੇ ਗੁਰੂ ਨਾਨਕ ਨਿਰੰਕਾਰੀ ਜੀ ਨੇ ਤਾਰੇ ਨੇ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ।
ਕਦੇ ਪ੍ਰੇਮੇ ਕੋੜੀ ਨੂੰ ਤਾਰਿਆ, ਕਦੇ ਬਲੀ ਕੁੰਧਾਰੀ ਨੂੰ ਤਾਰਿਆ, ਕਦੇ ਸੱਜਣ ਠੱਗ ਨੂੰ ਤਾਰਿਆ, ਕਦੇ ਕੌਡੇ ਰਾਖਸ਼ ਵਰਗਿਆਂ ਨੂੰ। ਕੌਡੇ ਰਾਖਸ਼ ਵਰਗਿਆਂ ਦਾ ਇੰਨਾ ਭਿਆਨਕ ਜੀਵਨ ਕਿ ਜਿਨ੍ਹਾਂ ਦੇ ਕੋਲ ਸਿੰਘ ਦੀ ਜੀਵ ਜੰਤੂ ਵੀ ਡਰਦੇ ਸਨ। ਜਿਹੜਾ ਜੰਗਲ ਦੇ ਵਿੱਚ ਜਿਹਨੇ ਜੀਵਾਂ ਨੂੰ, ਜਾਨਵਰਾਂ ਨੂੰ ਵੀ ਖਤਮ ਕਰਨ 'ਤੇ ਲੱਗ ਪਿਆ ਸੀ, ਇਹੋ ਜਿਹੇ ਪਾਪੀਆਂ ਦਾ ਸਤਿਗੁਰੂ ਉਦਾਹਰਣ ਕੀਤਾ। ਦੱਸਦੇ ਨੇ ਕਿ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ ਸਾਖੀ ਮਿਲਦੀ ਹੈ। ਜਿਹੜਾ ਸਿੰਘ ਦੀ ਕੌਡਾ ਰਾਖਸ਼ ਸੀ, ਇਹਦਾ ਇਹੋ ਜਿਹਾ ਜੀਵਨ ਸੀ ਕਿ ਪਹਿਲਾਂ ਇਹ ਬਹੁਤ ਪੜ੍ਹਿਆ ਲਿਖਿਆ ਸੀ। ਜਿਹੜੇ ਆਪਣੇ ਗੁਰਦੇਵ ਦੇ ਕੋਲੋਂ ਸਿੱਖਿਆ ਗ੍ਰਹਿਣ ਕਰਦਾ ਸੀ, ਬ੍ਰਹਮ ਵਿੱਦਿਆ ਪੜ੍ਹਦਾ ਸੀ। ਇੱਕ ਦਿਨ ਇਹਦੇ ਗੁਰਦੇਵ ਇਹਦੇ ਦਰਬਾਰ ਵਿੱਚ ਆਏ, ਜਿੱਥੇ ਇਹ ਬੈਠਾ ਸੀ ਆਸ਼ਰਮ ਦੇ ਵਿੱਚ। ਹੁਣ ਜਿਹੜੇ ਧਾਰਮਿਕ ਗ੍ਰੰਥਾਂ ਦੇ ਅੰਦਰ 6 ਪ੍ਰਕਾਰ ਦੇ ਬਿਰਧ ਮੰਨੇ ਨੇ। ਬਿਰਧ ਨਾਮ ਹੁੰਦਾ ਹੈ ਵੱਡੇ ਦਾ, ਕਿ ਜੇਕਰ ਸੰਗਤ ਜੀ ਕੋਈ ਆਪ ਤੋਂ ਵੱਡਾ ਆਵੇ ਅਤੇ ਉਦੋਂ ਛੋਟਾ ਜਿਹੜਾ ਜੇਕਰ ਉਹ ਆਸਨ 'ਤੇ ਬੈਠਾ ਹੋਵੇ, ਉਹਦਾ ਧਰਮ ਹੈ ਕਿ ਉਹਦਾ ਸਤਿਕਾਰ ਕਰੇ, ਖੜ੍ਹਾ ਹੋ ਕੇ ਉਹਦਾ ਸਨਮਾਨ ਕਰੇ। ਜੇ ਕੋਈ ਉਮਰ ਦੇ ਵਿੱਚ ਵੱਡਾ ਹੈ, ਜੇਕਰ ਉਮਰ ਦੇ ਵਿੱਚ ਵੱਡਾ ਹੋਵੇ, ਕੋਲ ਗਿਆਨ ਨਾ ਹੋਵੇ, ਪੜ੍ਹਿਆ ਲਿਖਿਆ ਨਾ ਹੋਵੇ, ਉਹ ਤੋਂ ਛੋਟੀ ਉਮਰ ਦਾ ਕੋਈ ਬ੍ਰਹਮਵੇਤਾ ਸਤਿਪੁਰਸ਼ ਹੋਵੇ, ਉਹਨੂੰ ਵੱਡੇ ਨੂੰ ਵੀ ਛੋਟੇ ਦਾ ਸਤਿਕਾਰ ਕਰਨਾ ਚਾਹੀਦਾ। ਸੋ ਇਸ ਪ੍ਰਕਾਰ 6 ਪ੍ਰਕਾਰ ਦੇ ਬਿਰਧ ਨੇ। ਉਹਨਾਂ ਵਿੱਚ ਇੱਕ ਇਹ ਵੀ ਬਿਰਧ ਹੈ ਕਿ ਆਪਣੇ ਗੁਰਦੇਵ ਦਾ ਸਤਿਕਾਰ ਕਰਨਾ, ਗੁਰਦੇਵ ਨੂੰ ਸੀਸ ਝੁਕਾ ਕੇ ਉਹਨਾਂ ਦੇ ਬਚਨ ਸੁਣਨੇ, ਉਹਨਾਂ ਦੀ ਆਗਿਆ ਦਾ ਪਾਲਣ ਕਰਨਾ। ਅਤੇ ਜਿਸ ਵੇਲੇ ਸੰਗਤ ਜੀ ਕੌਡਾ ਰਾਖਸ਼, ਉਸ ਸਮੇਂ ਰਾਖਸ਼ ਨਹੀਂ ਸੀ, ਮਨੁੱਖਾਂ ਵਾਲਾ ਇਹਦੇ ਕੋਲ ਸਰੀਰ ਸੀ, ਮਨੁੱਖ ਬਿਰਤੀ ਸੀ, ਅਸੁਰੀ ਬਿਰਤੀ ਹਜੇ ਇਹਦੀ ਨਹੀਂ ਸੀ। ਤਾਂ ਇਹਨੇ ਆਪਣੇ ਗੁਰਦੇਵ ਦਾ ਸਤਿਕਾਰ ਨਹੀਂ ਕੀਤਾ ਅਤੇ ਗੁਰਦੇਵ ਨੇ ਸੰਗਤ ਜੀ ਬਚਨ ਕਰ ਦਿੱਤੇ ਕਿ ਜਾ ਤੂੰ ਰਾਖਸ਼ਾਂ ਵਾਲਾ ਕੰਮ ਕਰਦਾ ਹੈ, ਰਾਖਸ਼ ਬਣ ਜਾ। ਤਾਂ ਸੰਗਤ ਜੀ ਗੁਰਦੇਵ ਦੇ ਜਿਹੜੇ ਸਾਧੂ ਦੇ ਬਚਨ ਉਹ ਸਫਲੇ ਹੁੰਦੇ ਨੇ। ਸਤਿਗੁਰੂ ਦੇ ਬਚਨ ਇੱਕ ਸਾਧ ਬਚਨ ਅਟ ਲਾਧਾ, ਕਿ ਸਾਧੂ ਦਾ ਕਦੇ ਬਚਨ ਨੇ ਸਫਲ ਨਹੀਂ ਜਾਂਦਾ। ਸਾਧੂ ਦੇ ਬਚਨ ਅਮੋਘ ਬਾਣ ਦੀ ਨਿਆਈ ਹੁੰਦੇ ਨੇ। ਅਤੇ ਸਾਧੂ ਸੰਗਤ ਜੀ ਤਾਰ ਵੀ ਦਿੰਦਾ ਹੈ। ਧਾਰਮਿਕ ਗ੍ਰੰਥਾਂ ਦੇ ਅੰਦਰ ਸਾਧੂ ਨੂੰ 5ਵਾਂ ਵੇਦ ਮੰਨਿਆ ਹੈ। ਜਿਵੇਂ 4 ਵੇਦ ਸੰਸਾਰ ਵਿੱਚ ਗਿਆਨ ਦਿੰਦੇ ਨੇ, ਉਹ ਵੇਦ ਨਾਮ ਗਿਆਨ ਦਾ ਹੀ ਹੈ। ਇਸੇ ਪ੍ਰਕਾਰ ਜਿਹੜਾ ਸਾਧੂ ਹੈ 5ਵਾਂ ਵੇਦ ਹੈ। ਉਹ ਤੁਰਿਆ ਫਿਰਦਾ ਲੋਕਾਂ ਦਾ ਭਲਾ ਕਰਦਾ ਹੈ। ਤਾਂ ਹੀ ਤਾਂ ਗੁਰੂ ਸਾਹਿਬ ਨੇ ਕਿਹਾ, ਮਾਧੋ ਸਾਧੂ ਜਨ ਦੇਹੋ ਮਿਲਾਏ, ਕਿ ਅਕਾਲ ਪੁਰਖ ਵਾਹਿਗੁਰੂ ਮੈਨੂੰ ਸਾਧੂਆਂ ਦਾ ਮਿਲਾਪ ਕਰਵਾ ਦੇਵੋ। ਸੋ ਜਿਸ ਵੇਲੇ ਸੰਗਤ ਜੀ ਕੌਡੇ ਰਾਖਸ਼ ਦੇ ਗੁਰੂ ਨੇ ਵਚਨ ਕਰਤਾ ਕਿ ਜਾ ਰਾਖਸ਼ ਬਣ ਜਾ, ਤਾਂ ਉਸ ਵੇਲੇ ਕੌਡੇ ਨੇ ਬੜੀ ਨਿਮਰਤਾ ਦੇ ਨਾਲ ਹੱਥ ਬੰਨ੍ਹ ਕੇ ਬੇਨਤੀ ਕੀਤੀ ਆਪਣੇ ਗੁਰੂ ਦੇ ਅੱਗੇ ਕਿ ਹੇ ਮਹਾਰਾਜ, ਹੇ ਗੁਰਦੇਵ, ਫਿਰ ਵੀ ਮੈਂ ਤੁਹਾਡਾ ਬੱਚਾ ਹਾਂ। ਕਿਉਂਕਿ ਜਿਹੜੇ ਬੱਚੇ ਨੇ ਉਹਨਾਂ ਤੋਂ ਗਲਤੀਆਂ ਹੋ ਜਾਂਦੀਆਂ ਅਤੇ ਮਾਪੇ ਕਦੇ ਬੱਚਿਆਂ ਦੀਆਂ ਗਲਤੀਆਂ 'ਚ ਉਤਾਰਦੇ ਨਹੀਂ। ਗੁਰੂ ਸਾਹਿਬ ਦੀ ਬਾਣੀ ਨੇ ਵੀ ਕਿਹਾ ਹੈ ਕਿ ਜੈਸੇ ਮਾਤ, ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਵੇਂ ਬੱਚੇ ਨੂੰ, ਗਊ ਨੂੰ ਬੱਛਾ ਪਿਆਰਾ ਹੁੰਦਾ ਹੈ, ਇਸੇ ਤਰ੍ਹਾਂ ਮਾਤਾ ਪਿਤਾ ਨੂੰ ਬੱਚੇ। ਸਰਹੁ ਵਿਚਾਰ ਸੰਗਤ ਜਿਸ ਵੇਲੇ ਬੇਨਤੀਆਂ ਤਰਲੇ ਕੌਡਾ ਆਪਣੇ ਗੁਰੂ ਦੇ ਚਰਨਾਂ 'ਤੇ ਕਰਨ ਲੱਗ ਪਿਆ, ਤਾਂ ਕੌਡੇ ਰਾਖਸ਼ ਦਾ ਜਿਹੜਾ ਗੁਰੂ ਸੀ ਉਹਨੇ ਕਿਹਾ ਕਿ ਕਲਯੁਗ ਦੇ ਅਵਤਾਰ ਕਲ ਤਾਰਨ ਗੁਰੂ ਨਾਨਕ ਆਇਆ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਸ ਵੇਲੇ ਉਹਨਾਂ ਦਾ ਸਮਾਂ ਆਵੇਗਾ ਉਹ ਤੇਰਾ ਭਲਾ ਕਰਨਗੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੰਗਤ ਜਿਸ ਵੇਲੇ ਕਲਯੁਗ ਦੇ ਵਿੱਚ ਜੀਵਾਂ ਨੂੰ ਤਾਰਦੇ ਹੋਏ ਕਿਸੇ ਜੰਗਲ ਦੇ ਵਿੱਚ ਮਹਾਰਾਜ ਜੀ ਵਿਰਾਜੇ ਨੇ। ਸਤਿਗੁਰਾਂ ਦੇ ਨਾਲ ਭਾਈ ਬਾਲਾ ਜੀ ਵੀ ਨੇ, ਭਾਈ ਮਰਦਾਨਾ ਜੀ, ਦੋਨੇ ਮਹਾਰਾਜ ਦੇ ਸਾਥੀ ਨੇ। ਗੁਰੂ ਨਾਨਕ ਸਾਹਿਬ ਨੇ ਪੁੱਛ ਲਿਆ ਭਾਈ ਬਾਲਾ ਜੀ ਨੂੰ ਕਿ ਬਾਲਾ ਜੀ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਘਰ ਛੱਡਿਆ ਨੂੰ। ਤਾਂ ਉਸ ਵੇਲੇ ਭਾਈ ਬਾਲਾ ਜੀ ਨੇ ਕਿਹਾ, ਮਹਾਰਾਜ ਬੜੀ ਵੱਡੀ ਉਦਾਸੀ ਹੈ, ਬਹੁਤ ਸਮਾਂ ਹੋ ਗਿਆ। ਤਾਂ ਭਾਈ ਮਰਦਾਨਾ ਜੀ ਨੂੰ ਜਿਸ ਵੇਲੇ ਸੰਗਤ ਜੀ ਮਹਾਰਾਜ ਨੇ ਪੁੱਛਿਆ ਕਿ ਮਰਦਾਨਿਆ ਘਰੇ ਜਾਣ ਨੂੰ ਤੇਰਾ ਚਿੱਤ ਕਰਦਾ ਹੈ, ਤਾਂ ਉਸ ਵੇਲੇ ਸੰਗਤ ਜੀ ਮਰਦਾਨਾ ਬੱਚਿਆਂ ਦੇ ਮੋਹ ਵਿੱਚ ਆ ਗਿਆ। ਗੁਰੂ ਸਾਹਿਬ ਨੂੰ ਕਹਿਣ ਲੱਗਿਆ, ਸਤਿਗੁਰੂ ਮਹਾਰਾਜ ਛੇਤੀ ਨਗਰ ਚੱਲੀਏ, ਮੈਂ ਪਰਿਵਾਰ ਨੂੰ ਮਿਲਣਾ ਹੈ। ਸੰਖੇਪ ਵਿੱਚ ਜ਼ਿਕਰ ਕਰਾਂ ਸੰਗਤ ਸਾਖੀ ਬਹੁਤ ਵੱਡੀ ਹੈ। ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਹਜੇ ਥੋੜ੍ਹਾ ਅਕਾਲ ਪੁਰਖ ਵਾਹਿਗੁਰੂ ਵੱਲੋਂ ਜਿਹੜੀ ਡਿਊਟੀ ਲਾਈ ਹੈ ਉਹ ਕਾਰਜ ਰਹਿੰਦਾ ਹੈ। ਆਪਾਂ ਜਲਦੀ ਸ਼ੀਘਰ ਹੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ 'ਤੇ ਰਾਏ ਭੋਏ ਤਲਵੰਡੀ ਸਾਹਿਬ ਜਾਵਾਂਗੇ। ਤਾਂ ਜਿਸ ਵੇਲੇ ਸੰਗਤ ਜੀ ਮਰਦਾਨਾ ਬਹੁਤ ਕਾਹਲਾ ਪੈ ਗਿਆ
ਕਿਉਂਕਿ ਸੱਚੇ ਪਾਤਸ਼ਾਹ ਨੇ ਕਰਨਾ ਤੇ ਕੌਡੇ ਦਾ ਭਲਾ ਸੀ। ਤਾਂ ਉਸ ਵੇਲੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਭਾਈ ਜੇਕਰ ਤੂੰ ਜਾਣਾ ਤਾਂ ਚਲਿਆ ਜਾ। ਤਾਂ ਉਸ ਵੇਲੇ ਸੰਗਤ ਜੀ ਮਹਾਰਾਜ ਦੀ ਆਗਿਆ ਤੋਂ, ਸੱਚੇ ਪਾਤਸ਼ਾਹ ਤੋਂ ਵਿਪਰੀਤ ਹੋ ਕੇ ਜਿਸ ਵੇਲੇ ਮਰਦਾਨਾ ਚਲਿਆ ਹੈ ਮਹਾਰਾਜ ਦੀ ਆਗਿਆ ਤੋਂ ਬਿਨਾਂ, ਤਾਂ ਜੰਗਲ ਵਿੱਚ ਜਾ ਰਿਹਾ ਹੈ। ਤਾਂ ਜੰਗਲ ਵਿੱਚ ਜਾ ਕੇ ਕੌਡੇ ਰਾਖਸ਼ ਨੇ ਮਰਦਾਨੇ ਨੂੰ ਫੜ ਲਿਆ। ਜਿਸ ਵੇਲੇ ਫੜ ਲਿਆ, ਹੁਣ ਮੌਤ ਸਾਹਮਣੇ ਹੈ। ਮੌਤ ਨੂੰ ਵੇਖ ਕੇ ਸੰਗਤ ਜੀ ਕਿਹੜਾ ਨਹੀਂ ਡਰਦਾ। ਜਿਸ ਵੇਲੇ ਤਪਦਿਆ ਹੋਇਆ ਕੜਾਹਾ ਤੇਲ ਅੱਗ ਵਾਂਗੂ ਲਾਲ ਹੋ ਰਿਹਾ, ਥੱਲੇ ਖਲਪਾੜਾਂ ਵਗ ਰਹੀਆਂ ਨੇ, ਤਾਂ ਉਸ ਵੇਲੇ ਗੁਰੂ ਨਾਨਕ ਨਿਰੰਕਾਰੀ ਜੀਆਂ ਨੂੰ ਭਾਈ ਮਰਦਾਨੇ ਨੇ ਯਾਦ ਕੀਤਾ ਕਿ ਸੱਚੇ ਪਾਤਸ਼ਾਹ ਕੀ ਹੋਇਆ ਜੇ ਮੈਂ ਆਪ ਜੀ ਦਾ ਅੱਜ ਬਚਨ ਨਹੀਂ ਮੰਨਿਆ। ਮਹਾਰਾਜ ਮੈਂ ਸੰਗੀ ਸਾਥੀ ਤੇ ਆਪ ਦੀ ਹਾਂ, ਆਪ ਦਾ ਸੇਵਕ ਹਾਂ। ਮਹਾਰਾਜ ਤੁਸੀਂ ਆਪ ਜੀ ਮੈਨੂੰ ਬੜਾ ਪਿਆਰ ਕਰਦੇ ਹੋ, ਕਿਰਪਾ ਕਰੋ ਮਹਾਰਾਜ, ਅੱਜ ਮੈਨੂੰ ਇੱਥੋਂ ਬਚਾਓ। ਤਾਂ ਉਸ ਵੇਲੇ ਸਤਿਗੁਰੂ ਜੀ ਸੰਗਤ ਜੀ ਭਾਈ ਮਰਦਾਨਾ ਜੀ ਨੂੰ ਬਚਾਉਣ ਵਾਸਤੇ, ਭਾਈ ਕੌਡੇ ਦਾ ਭਲਾ ਕਰਨ ਵਾਸਤੇ ਬਾਲਾ ਜੀ ਦੇ ਸਮੇਂ ਜਿਸ ਵੇਲੇ ਪਹੁੰਚੇ, ਸੱਚੇ ਪਾਤਸ਼ਾਹ ਜੀ ਨੇ ਆ ਕੇ ਕੜਾਹੇ ਵੱਲ ਆਪਣੀ ਮਿਹਰ ਭਰੀ ਦ੍ਰਿਸ਼ਟੀ ਮਾਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਬਾਣੀ ਅੰਦਰ ਦੱਸਦੇ ਨੇ, ਤਪਤ ਕੜਾਹਾ ਬੁਝ ਗਿਆ, ਗੁਰ ਸਤਿਗੁਰ ਸ਼ੀਤਲ ਨਾਮ ਦਿਓ। ਕਿ ਜਿਸ ਵੇਲੇ ਸੰਗਤ ਜੀ ਮਹਾਰਾਜ ਨੇ ਦ੍ਰਿਸ਼ਟੀ ਪਾਈ ਤਾਂ ਤਪ ਦਾ ਜਿਹੜਾ ਅੱਗ ਵਾਂਗੂ ਤੇਲ ਲਾਲ ਹੋਇਆ ਪਿਆ ਸੀ, ਉਹ ਠੰਡਾ ਹੋ ਗਿਆ। ਕੌਡਾ ਰਾਖਸ਼ ਬੜਾ ਹੈਰਾਨ ਹੋਇਆ। ਸਤਿਗੁਰਾਂ ਦੇ ਸ੍ਰੀ ਮੁਖ ਦੇ ਦੀਦਾਰ ਕਰਕੇ ਜਿਹੜਾ ਕੌਡੇ ਦਾ ਵੀ ਤਪਦਾ ਹਿਰਦਾ ਸੀ ਪਾਪਾਂ ਵਾਲਾ, ਉਹ ਵੀ ਠੰਡਾ ਹੋ ਗਿਆ। ਮਹਾਰਾਜ ਦੇ ਚਰਨਾਂ 'ਤੇ ਟਹਿ ਪਿਆ ਕਿ ਸਤਿਗੁਰੂ ਮਹਾਰਾਜ ਮੇਰਾ ਭਲਾ ਕਰੋ। ਤਾਂ ਗੁਰੂ ਸਾਹਿਬ ਨੇ ਸੰਗਤ ਚਰਨ ਪੌਲ ਦੇ ਕੇ ਉਹਦਾ ਭਲਾ ਕੀਤਾ, ਉਹਦਾ ਉਧਾਰ ਕੀਤਾ। ਸੋ ਇਹੋ ਜਿਹੇ ਜਿਹੜੇ ਭਾਈ ਪਾਪੀ ਲੋਕ ਸਨ, ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਉਹਨਾਂ ਦਾ ਵੀ ਭਲਾ ਕਰਦਾ ਹੈ। ਪਤਿਤ ਉਦਾਹਰਨ ਕਿ ਅਕਾਲ ਪੁਰਖ ਵਾਹਿਗੁਰੂ ਪਤਿਤ ਨਾਮ ਪਾਪੀਆਂ ਦਾ ਹੈ, ਕਿ ਪਾਪੀਆਂ ਦਾ ਵੀ ਭਲਾ ਕਰਨ ਵਾਲਾ ਹੈ। ਭੈ ਹਰਨ ਕਿ ਜਿਨ੍ਹਾਂ ਦੇ ਮਨ ਵਿੱਚ ਜਨਮਨ ਤੇ ਮਰਨ ਦਾ ਡਰ ਬਣਿਆ ਹੈ, ਸਤਿਗੁਰੂ ਜੀ ਉਹਨਾਂ ਨੂੰ ਜੀਵਨ ਜਾਂਚ ਸਿਮਰਨ ਗੁਰਮੰਤਰ ਮੂਲ ਮੰਤਰ ਦੀ ਬਖਸ਼ਿਸ਼ ਕਰਕੇ ਉਹਨਾਂ ਦੇ ਹਿਰਦੇ ਵਿੱਚੋਂ ਭੈ ਨਾਮ ਦੀ ਚੀਜ਼ ਜਿਹੜੀ ਹੈ ਉਹ ਹਰਨ ਖਤਮ ਕਰ ਦਿੰਦੇ ਨੇ। ਕਿੰਨੇ ਹੀ ਇਤਿਹਾਸ ਹੈ ਦਸਵੇਂ ਪਾਤਸ਼ਾਹ ਜੀ ਦਾ। ਗੁਰਸਿੱਖਾਂ ਨੇ ਸੰਗਤ ਜੀ ਆਪਣੀਆਂ ਜਾਨਾਂ ਆਪ ਕੁਰਬਾਨ ਕੀਤੀਆਂ। ਮੂਹਰੇ ਹੋ ਲੜੇ ਧੰਨ ਬਾਬਾ ਦੀਪ ਸਿੰਘ ਜੀ ਵਾਂਗੂ ਮਰ ਜੀਵੜੇ ਗੁਰਸਿੱਖ, ਆਪਣਾ ਸ਼ੀਸ਼ ਆਪਣੇ ਹੱਥੇ ਲੜ ਕੇ 12-12 ਕੋਹ ਤੱਕ ਮੈਦਾਨੇ ਜੰਗ ਵਿੱਚ ਲੜੇ। ਤੇ ਭੈ ਜਿਨ੍ਹਾਂ ਦੇ ਇਹੋ ਜਿਹੇ ਗੁਰਸਿੱਖਾਂ ਦੇ ਫਿਰ ਹਿਰਦੇ ਵਿੱਚੋਂ ਭੈ ਹੀ ਨਹੀਂ ਸੀ। ਇਹ ਕਿਹਾ ਜਾ ਸਕਦਾ ਹੈ ਸਤਿਗੁਰਾਂ ਦੇ ਬਚਨ ਕਮਾਏ। ਭੈ ਹਰਨ ਹਰ ਅਨਾਥ ਕੇ ਨਾਥ, ਜਿਨ੍ਹਾਂ ਦਾ ਕੋਈ ਆਸਰਾ ਨਹੀਂ, ਸਤਿਗੁਰੂ ਜੀ ਉਹਨਾਂ ਦੇ ਆਸਰੇ ਨੇ। ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ, ਕਹੋ ਨਾਨਕ ਤਿਹ ਜਾਨੀਐ ਸਦਾ ਬਸ ਤੁਮ ਸਾਥ। ਸਤਿਗੁਰੂ ਜੀ ਕਹਿੰਦੇ ਹੈ ਗੁਰਸਿੱਖੋ, ਜਿਹੜਾ ਐਸਾ ਅਕਾਲ ਪੁਰਖ ਵਾਹਿਗੁਰੂ ਹੈ ਭਾਈ, ਜਿਹੜਾ ਪਾਪੀਆਂ ਦਾ ਭਲਾ ਕਰਨ ਵਾਲਾ ਹੈ, ਭੈ ਨੂੰ ਖਤਮ ਕਰਨ ਵਾਲਾ ਹੈ, ਅਤੇ ਜਿਹੜਾ ਸਭ ਦਾ ਮਾਲਕ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਕਹੋ ਨਾਨਕ ਤਿਹ ਜਾਨੀਐ ਸਦਾ ਬਸ ਤੁਮ ਸਾਥ। ਹੈ ਗੁਰਸਿੱਖੋ, ਅਕਾਲ ਪੁਰਖ ਵਾਹਿਗੁਰੂ ਜੀ ਸਦਾ ਬਸ ਤੁਮ ਸਾਥ, ਉਹ ਤੁਹਾਡੇ ਸਾਥ ਹੀ ਵਸਦਾ ਹੈ, ਉਹ ਤੁਹਾਡੇ ਅੰਦਰ ਹੀ ਹੈ। ਜਿਸ ਤਰ੍ਹਾਂ ਪੋਖ ਮਦ ਜਿਉ ਬਾਸ ਵਸਤ ਹੈ, ਮੁਕਰ ਮਾਏ ਜੈਸੇ ਸ਼ਾਈ, ਤੈਸੇ ਹੀ ਹਰ ਵਸੈ ਨਿਰੰਤਰ, ਘਟ ਹੀ ਖੋਜੋ ਪਾਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ ਕਿ ਜਿਵੇਂ ਸੰਗਤੀ ਫੁੱਲਾਂ ਦੇ ਵਿੱਚ ਖੁਸ਼ਬੂ ਵਸਦੀ ਹੈ, ਇਸੇ ਤਰ੍ਹਾਂ ਗੁਰਸਿੱਖਾ ਤੇਰੇ ਘਟ ਨਾਮ ਹਿਰਦੇ ਦਾ ਹੈ, ਕਿ ਤੇਰੇ ਹਿਰਦੇ ਵਿੱਚ ਪਿਆਰਿਆ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੈ, ਉਹ ਤੇਰੇ ਹਿਰਦੇ ਵਿੱਚ ਵਸਦਾ ਹੈ, ਉਹਨੂੰ ਬਾਹਰ ਨਾ ਪਾਲ। ਅਕਾਲ ਉਸ ਸ੍ਰੀ ਦਸਮ ਗ੍ਰੰਥ ਦੀ ਬਾਣੀ ਅੰਦਰ ਸੰਗਤ ਜੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬੜੀਆਂ ਸੁੰਦਰ ਉਦਾਹਰਨਾਂ ਦੇ ਕੇ ਸਮਝਾਈਆਂ ਕਿ ਜੀਵ ਨੂੰ ਕਿ ਜੀਵ ਤੂੰ ਬਾਹਰ ਨਾ ਪਟਕ, ਉਹ ਅਕਾਲ ਪੁਰਖ ਤੇਰੇ ਅੰਦਰ ਬੈਠਾ ਹੈ। ਜਿਸ ਤਰ੍ਹਾਂ ਸਤਿਗੁਰੂ ਜੀ ਉਸ ਸਮੇਂ ਲੋਕ ਜੰਗਲਾਂ ਵਿੱਚ ਜਾਂਦੇ ਸਨ ਘਰ-ਬਾਰ ਨੂੰ ਤਜ ਕੇ, ਮਹਾਰਾਜ ਜੀ ਕਹਿੰਦੇ ਜੇਕਰ ਭਾਈ ਜੰਗਲਾਂ ਵਿੱਚ ਜਾ ਕੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਜਿਹੜੇ ਮਿਰਗ ਨੇ, ਜੰਗਲ ਵਿੱਚ ਰਹਿਣ ਵਾਲੇ ਜੀਵ ਜੰਤੂ ਨੇ, ਉਹ ਤਾਂ ਸਾਰੀ ਉਮਰ ਆਪਣੇ ਜੰਗਲ ਵਿੱਚ ਹੀ ਬਿਤਾਉਂਦੇ ਨੇ, ਫਿਰ ਉਹ ਤਾਂ ਮੁਕਤ ਹੋ ਜਾਣ। ਉਸ ਸਮੇਂ ਲੋਕ ਵਸਤਰਾਂ ਤੋਂ ਹੀਣੇ ਹੁੰਦੇ ਸਨ। ਮਹਾਰਾਜ ਨੇ ਕਿਹਾ ਜਾਨਵਰ ਭਾਈ ਵਸਤਰਾਂ ਤੋਂ ਹੀਣੇ ਨੇ। ਲੋਕ ਰਾਤਾਂ ਨੂੰ ਉੱਠ ਕੇ ਇਹੋ ਜਿਹੇ ਸਾਧਨ ਕਰਦੇ ਸਨ ਫੋਕਟ, ਜਿਹੜੇ ਸਮਝ ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ, ਪਰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਸੀ।
ਮਹਾਰਾਜ ਜੀ ਕਹਿੰਦੇ ਉੱਲੂ ਸਾਰੀ ਰਾਤ ਹੀ ਜਾਗਦਾ ਹੈ। ਤਾਂ ਤੇ ਮਹਾਰਾਜ ਜੀ ਕਹਿੰਦੇ ਜਿਸ ਤਰ੍ਹਾਂ ਭਾਈ ਮਿਰਗ ਦੇ ਸੰਗਤ ਜੀ ਕਸਤੂਰੀ ਨਾਭੀ ਦੇ ਅੰਦਰ ਕਸਤੂਰੀ ਹੁੰਦੀ ਹੈ, ਪਰ ਮਿਰਗ ਉਹਨੂੰ ਭਾਲਦਾ ਬਾਹਰ ਹੈ। ਇਸ ਪ੍ਰਕਾਰ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਾਹਿਗੁਰੂ ਵਸਦਾ ਹੈ, ਪਰ ਅਸੀਂ ਉਹਨੂੰ ਭਾਲਦੇ ਬਾਹਰ ਫਿਰਦੇ ਅਗਿਆਨ ਕਰਕੇ। ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਗੁਰਸਿੱਖੋ ਉਹ ਅਕਾਲ ਪੁਰਖ ਤੁਹਾਡੇ ਹਿਰਦੇ ਵਿੱਚ ਹੀ ਹੈ, ਉਹ ਘਟ ਦੇ ਵਿੱਚ ਉਹਨੂੰ ਖੋਜਣਾ ਕਰੋ। ਜਿਵੇਂ ਸੰਗ ਦੁੱਧ ਦੇ ਵਿੱਚ ਹਰ ਦੁੱਧ ਦੀ ਮਾਤਰ ਦੇ ਵਿੱਚ, ਦੁੱਧ ਦੀ ਬੂੰਦ ਦੇ ਵਿੱਚ ਘੀ ਦੀ ਮਾਤਰ ਹੁੰਦੀ ਹੈ, ਪਰ ਉਹਨੂੰ ਪ੍ਰਗਟ ਕਰਨ ਵਾਸਤੇ ਬਹੁਤ ਸਾਧਨ ਕਰਨੇ ਪੈਂਦੇ ਨੇ। ਆਪਾਂ ਨੂੰ ਪਤਾ ਹੈ ਜਿਸ ਵੇਲੇ ਘਿਓ ਦੁੱਧ ਦੇ ਵਿੱਚੋਂ ਪ੍ਰਗਟ ਕਰਨਾ ਹੋਵੇ, ਬਣਾਉਣਾ ਹੋਵੇ, ਦੁੱਧ ਨੂੰ ਗਰਮ ਵੀ ਕਰੀਦਾ ਹੈ, ਫਿਰ ਚੰਗਾ ਜਾਗ ਵੀ ਲਾਈਦਾ, ਉਹਨੂੰ ਵੇਖੀਦਾ ਗਰਮੀ ਸਰਦੀ ਦਾ ਮੌਸਮ ਵੀ ਕਿ ਕਿਹੋ ਜਿਹਾ ਇਹਦੇ ਵਿੱਚ ਠੰਡਾ ਤੱਤਾ ਪਾਣੀ ਪਾਉਣਾ ਹੈ। ਇਸ ਪ੍ਰਕਾਰ ਸਮਝ ਜਿਹੜਾ ਸਾਡੇ ਸਰੀਰ ਵਿੱਚ ਅਕਾਲ ਪੁਰਖ ਵਾਹਿਗੁਰੂ ਤੇ ਸਾਰਿਆਂ ਵਿੱਚ ਹੀ ਵਸਦਾ ਹੈ। ਦੁੱਧ ਦੇ ਵਿੱਚੋਂ ਜਿਵੇਂ ਘਿਓ ਪ੍ਰਗਟ ਕਰਨ ਵਾਸਤੇ ਸਾਧਨ ਕਰੀਦੇ ਨੇ, ਇਸੇ ਤਰ੍ਹਾਂ ਭਾਈ ਜੇਕਰ ਕਈ ਵਾਰੀ ਮਨ ਵਿੱਚ ਸ਼ੰਕਾ ਜਾਂਦੀ ਹੈ ਕਿ ਫਿਰ ਬਾਣੀ ਪੜ੍ਹਨ ਦਾ ਕੀ ਫਾਇਦਾ, ਸੇਵਾ ਕਰਨ ਦਾ ਕੀ ਫਾਇਦਾ ਜੇਕਰ ਸਾਡੇ ਹਿਰਦੇ ਵਿੱਚ ਪਰਮੇਸ਼ਰ ਹੀ ਵਸਦਾ ਹੈ, ਕਿਉਂਕਿ ਅਪ੍ਰਾਪਤ ਚੀਜ਼ ਦੀ ਪ੍ਰਾਪਤੀ ਕੀਤੀ ਜਾਂਦੀ ਹੈ। ਸਮਝਣ ਵਾਸਤੇ ਵਿਦਾਨ ਦੇ ਗ੍ਰੰਥਾਂ ਦੇ ਉਦਾਹਰਨਾਂ ਨੇ ਕਿ ਜਿਹੜੀ ਚੀਜ਼ ਸੰਗਤ ਜੀ ਆਪਣੇ ਕੋਲ ਹੋਵੇ ਉਹਦੀ ਸਾਨੂੰ ਕੀ ਪ੍ਰਾਪਤੀ, ਜਿਹੜੀ ਚੀਜ਼ ਦੂਰ ਪਈ ਹੋਵੇ ਉਹਦੀ ਪ੍ਰਾਪਤੀ ਕਰੀਦੀ ਹੈ। ਆਪਾਂ ਕਈ ਵਾਰੀ ਮਨ ਵਿੱਚ ਸ਼ੰਕਾ ਜਾਵੇ ਕਿ ਵਾਹਿਗੁਰੂ ਸਾਡੇ ਹਿਰਦੇ ਵਿੱਚ ਹੈ, ਸਾਨੂੰ ਕੀ ਬਾਣੀ ਪੜ੍ਹਨ ਦਾ ਫਾਇਦਾ, ਸੇਵਾ ਕਰਨ ਦਾ। ਨਹੀਂ ਭਾਈ, ਜਿਵੇਂ ਦੁੱਧ ਦੇ ਵਿੱਚੋਂ ਘਿਓ ਨੂੰ ਪ੍ਰਗਟ ਕਰਨ ਵਾਸਤੇ ਸਾਧਨ ਕਰੀਦੇ ਨੇ, ਇਸੇ ਪ੍ਰਕਾਰ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਸਾਡੇ ਹਿਰਦੇ ਵਿੱਚ ਸਮਾਇਆ ਹੈ, ਪਰ ਉਹਨੂੰ ਸਾਖਾਤ ਰੂਪ ਅੰਦਰ ਪ੍ਰਗਟ ਕਰਨ ਵਾਸਤੇ ਸਾਨੂੰ ਸੇਵਾ ਅਤੇ ਸਿਮਰਨ ਰੂਪੀ ਜਾਗ ਜਿਵੇਂ ਦੁੱਧ ਨੂੰ ਲਾਉਣਾ ਪੈਂਦਾ, ਇਹ ਲਾ ਕੇ ਫਿਰ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਫਿਰ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜਾ ਅਕਾਲ ਪੁਰਖ ਸਾਰਿਆਂ ਦੇ ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ, ਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਨਿਰਗੁਣ ਸਰੂਪ ਦੇ ਅੰਦਰ ਜਰੀਏ ਜਰੀਏ ਵਿੱਚ ਵਿਆਪਕ ਹੈ, ਫਿਰ ਉਹਦੇ ਜਿਹੜੇ ਸਰਗੁਣ ਸਰੂਪ ਨੂੰ ਗੁਰਮੁਖ ਜਿਹੜੇ ਨੇ ਉਹ ਕਿਹੜੀਆਂ ਅੱਖਾਂ ਨਾਲ ਵੇਖਦੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਅਦ੍ਰਿਸ਼ਟ ਅਗੋਚਰ ਅਲੱਖ ਨਿਰੰਜਨ, ਸੋ ਗੁਰਮੁਖ ਦੇਖਿਆ ਆਖੀ, ਕਿ ਭਾਈ ਜਿਹੜਾ ਅਦ੍ਰਿਸ਼ਟ, ਜਿਹੜਾ ਵੇਖਣ ਦੀ ਮਾਤਰ ਵਿੱਚ ਨਹੀਂ, ਜਿਹੜਾ ਦਿਸਣ ਮਾਤਰ ਨਹੀਂ, ਅਕਾਲ ਪੁਰਖ ਵਾਹਿਗੁਰੂ ਸਾਰਿਆਂ ਵਿੱਚ ਵਸਦਾ। ਅਦ੍ਰਿਸ਼ਟ ਅਗੋਚਰ ਜਿਹੜਾ ਇੰਦਰੀਆਂ ਤੋਂ ਰਹਿਤ ਹੈ, ਅਦ੍ਰਿਸ਼ਟ ਅਗੋਚਰ ਅਲੱਖ ਨਿਰੰਜਨ ਜਿਹੜਾ ਲਖਣਾ ਅਤੇ ਬਿਰਤੀ ਤੋਂ ਰਹਿਤ ਹੈ, ਜਿਹਦੇ ਬਾਬਤ ਕੁਛ ਕਥਨ ਨਹੀਂ ਕੀਤਾ ਜਾ ਸਕਦਾ। ਸੋ ਗੁਰਮੁਖ ਦੇਖਿਆ ਆਖੀ, ਸਤਿਗੁਰੂ ਜੀ ਕਹਿੰਦੇ ਉਹ ਗੁਰਮੁਖਾਂ ਨੇ ਭਾਈ ਆਪਣੇ ਅੱਖੀ ਵੇਖ ਲਿਆ। ਸਾਖਾਤ ਰੂਪ ਅੰਦਰ ਸਤਿਗੁਰੂ ਕਹਿੰਦੇ ਫਿਰ ਗੁਰਮੁਖ ਉਹਦੇ ਦਰਸ਼ਨ ਕਰ ਲੈਂਦੇ ਨੇ। ਜਿਸ ਤਰ੍ਹਾਂ ਸਾਨੂੰ ਦਹੀਂ ਦੇ ਵਿੱਚ ਜੀਵ ਹੁੰਦੇ ਨੇ ਪਰ ਸਾਨੂੰ ਦਿਸਦੇ ਨੇ, ਜਿਸ ਵੇਲੇ ਅਸੀਂ ਮਾਈਕਰੋਸਕੋਪ ਦੀ ਮਦਦ ਦੇ ਨਾਲ ਦਹੀਂ ਨੂੰ ਵੇਖਦੇ ਹਾਂ ਤਾਂ ਸਾਨੂੰ ਸਾਰੇ ਉਹਦੇ ਵਿੱਚੋਂ ਜੀਵ ਦਿਸਣ ਲੱਗ ਜਾਂਦੇ ਨੇ। ਇਸੇ ਤਰ੍ਹਾਂ ਮਾਈਕਰੋਸਕੋਪ ਦੀ ਨਹੀਂ ਗੁਰੂ ਨਾਨਕ ਨਿਰੰਕਾਰੀ ਜੀ ਦੀ ਬਾਣੀ ਹੈ। ਜਿਹੜੇ ਭਾਈ ਗੁਰੂ ਨਾਨਕ ਨਿਰੰਕਾਰੀ ਜੀ ਦੀ ਬਾਣੀ ਨੂੰ ਪੜ੍ਹਦੇ ਨੇ ਉਹਨਾਂ ਨੂੰ ਵੀ ਅਕਾਲ ਪੁਰਖ ਵਾਹਿਗੁਰੂ ਸਾਖਾਤ ਰੂਪ ਅੰਦਰ ਦਰਸ਼ਨ ਦਿੰਦਾ ਹੈ। ਫਿਰ ਉਹੀ ਕਹਿੰਦੇ ਨੇ ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ, ਕਿ ਭਾਈ ਅਕਾਲ ਪੁਰਖ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਇਹ ਉਹਦੀ ਜੋਤ ਦੇ ਨਾਲ ਹੀ ਸਾਰੇ ਜੀਵ ਪ੍ਰਕਾਸ਼ ਕਰ ਰਹੇ ਨੇ, ਉਹ ਸੰਸਾਰ ਨੂੰ ਪ੍ਰਕਾਸ਼ ਰਿਹਾ ਹੈ। ਸੋ ਇੱਥੇ ਸੰਗਤ ਛੇਵੇਂ ਸ਼ਲੋਕ ਦੀ ਕਈ ਸ਼ਬਦ ਦੀ ਸਮਾਪਤੀ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ। ਆਓ ਆਨੰਦ ਸਾਹਿਬ ਜੀ ਦੇ ਜਾਪ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਵਿੱਚ ਜੁੜੀਏ। ਪਤਿਤ ਉਦਾਹਰਨ ਭੈ ਹਰਨ, ਹਰ ਅਨਾਥ ਕੇ ਨਾਥ, ਕਹੋ ਨਾਨਕ ਤਿਹ ਜਾਨੀਐ, ਸਦਾ ਬਸਤ ਤੁਮ ਸਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ।